ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਟੀਵੀ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਬਖਸ਼ ਸਿੰਘ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੋ ਦਰਸ਼ਕੋ ਅੱਜ ਸਿੰਦਰ ਕੌਰ ਰੋਮੀ ਜੀ, ਮੈਡਮ ਜੀ ਬਹੁਤ-ਬਹੁਤ ਸਵਾਗਤ ਹੈ ਅਕਾਲ ਟੀਵੀ ਤੇ ਤੁਹਾਡਾ। ਧੰਨਵਾਦ ਸਰ, ਧੰਨਵਾਦ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਵੀਰ ਅੰਮ੍ਰਿਤਪਾਲ ਸਿੰਘ ਜੀ ਕੋਲ। ਬਹੁਤ-ਬਹੁਤ ਸਵਾਗਤ ਹੈ ਅਕਾਲ ਟੀਵੀ ਚੈਨਲ ਤੇ। ਧੰਨਵਾਦ। ਤਜਿੰਦਰਪਾਲ ਵੀਰ ਜੀ ਤੁਹਾਡਾ ਵੀ ਸਵਾਗਤ ਹੈ। 25 ਅਗਸਤ 2023 ਨੂੰ ਇੱਕ ਮੂਵੀ ਜੋ ਹੈ ਉਹ ਰਿਲੀਜ਼ ਹੋਈ ਹੈ। ਉਸ ਮੂਵੀ ਦਾ ਨਾਮ ਹੈ ਮਸਤਾਨੇ। ਮਸਤਾਨੇ ਮੂਵੀ ਜਿਹੜੀ ਅੱਜ ਥੀਏਟਰਾਂ ਦੇ ਵਿੱਚ ਰਿਲੀਜ਼ ਹੋਈ ਹੈਗੀ, ਕਿਵੇਂ ਵੇਖਦੇ ਹੋ ਤੁਸੀਂ ਉਹਨੂੰ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਅਕਾਲ ਟੀਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਜੋ ਕਿ ਤੁਸੀਂ ਕੌਮੀ ਨਿਊਜ਼ ਨੂੰ ਸਾਰਿਆਂ ਦੇ ਸਾਹਮਣੇ ਹਾਈਲਾਈਟ ਕਰਦੇ ਹੋ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ। ਜੋ ਸਮੁੱਚੇ ਪੰਜਾਬੀਆਂ ਨੂੰ, ਸਿੱਖ ਕੌਮ ਨੂੰ ਮੈਂ ਬੇਨਤੀ ਕਰਦਾ ਹਾਂ, ਅੱਜ 25 ਅਗਸਤ ਨੂੰ ਮਸਤਾਨੇ ਫਿਲਮ ਜੋ ਰਿਲੀਜ਼ ਹੋ ਗਈ ਹੈ, ਇਹਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ। ਇਹ ਜੋ ਫਿਲਮ ਹੈ, ਇਹ ਮੈਂ ਮੰਨਦਾ ਹਾਂ ਫਿਲਮ ਨਹੀਂ, ਸਾਡਾ ਇਤਿਹਾਸ ਹੈ। ਜੀ ਵੀਰ ਜੀ। ਔਰ ਮੈਂ ਬਦਕਿਸਮਤੀ ਸਮਝਦਾ ਹਾਂ ਕਿ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੇ ਜੋ ਸਾਡੀ ਨਸਲਾਂ ਨੇ, ਉਹਨਾਂ ਨੂੰ ਅਸੀਂ ਇਤਿਹਾਸ ਤੋਂ ਦੂਰ ਕਰੀ ਜਾ ਰਹੇ ਹਾਂ। ਔਰ ਤੇ ਅਸੀਂ ਕਿਸੇ ਵੀ ਪ੍ਰੋਗਰਾਮ ਵਿੱਚ ਅਸੀਂ ਆਪਣੇ ਜੋ ਬੱਚੇ ਹੁੰਦੇ ਨੇ ਉਹਨਾਂ ਨੂੰ ਪਾਰਟਿਸਿਪੇਟ ਕਰਵਾਉਂਦੇ ਹਾਂ, ਪਰ ਇਤਿਹਾਸ ਜੋ ਹੈ ਸਾਡਾ, ਜੋ ਕਿ ਬਹੁਤ ਵੱਡਾ ਇਤਿਹਾਸ ਹੈ, ਵਿਲੱਖਣ ਇਤਿਹਾਸ ਹੈ, ਉਹਦੇ ਨਾਲ ਅਸੀਂ ਕਦੀ ਵੀ ਆਪਣੇ ਬੱਚਿਆਂ ਨੂੰ ਜਾਣੂ ਨਹੀਂ ਕਰਵਾਉਂਦੇ। ਹੁਣ ਇਹ ਜੋ ਫਿਲਮ ਬਣੀ ਹੈ ਮਸਤਾਨੇ, ਇਹ ਜੋ ਸਾਡੇ ਭਰਾ ਨੇ ਜਿਨ੍ਹਾਂ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ, ਡਾਇਰੈਕਟ ਕੀਤਾ ਹੈ, ਔਰ ਜੋ ਕਲਾਕਾਰ ਨੇ, ਇਹਨਾਂ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਆਪਣੀ ਸਿੱਖ ਕੌਮ ਨੂੰ, ਸਿੱਖਾਂ ਦੀ ਆਪਣੀ ਜੋ ਜਨਰੇਸ਼ਨ ਨੂੰ ਆਪਣੇ ਇਤਿਹਾਸ ਨਾਲ ਜਾਣੂ ਕਰਵਾਉਣ ਦਾ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਪਰ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਸਪੋਰਟ ਕਰੀਏ, ਕਿਉਂਕਿ ਪਹਿਲੇ ਤਾਂ ਸਿੱਖਾਂ ਦੀ ਕੋਈ ਵੀ ਇਤਿਹਾਸ ਦੀ ਜੋ ਫਿਲਮ ਵਗੈਰਾ ਬਣਦੀ ਹੈ, ਉਹਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਬੋਰਡ ਵਗੈਰਾ ਤੋਂ। ਤੇ ਹੁਣੇ ਥੋੜੇ ਦਿਨ ਟਾਈਮ ਪਹਿਲੇ ਹੀ ਜਸਵੰਤ ਸਿੰਘ ਜੀ ਖਾਲੜਾ ਦੇ ਮੂਵੀ ਬਣ ਰਹੀ ਸੀ, ਦਿਲਜੀਤ ਦੋਸਾਂਝ ਜਿਹਨੂੰ ਬਣਾ ਰਹੇ ਸੀ, ਪਰ ਉਹਨੂੰ ਵੀ ਅੱਗੇ ਪਰਮਿਸ਼ਨ ਨਹੀਂ ਦਿੱਤੀ ਗਈ, ਹਾਲੇ ਵੀ ਉਹ ਰਿਲੀਜ਼ ਨਹੀਂ ਹੋਈ ਹੈ। ਉਹ ਇਹੀ ਇਸ ਮੂਵੀ ਨੂੰ ਵੀ ਸੁਣਨ ਵਿੱਚ ਆਇਆ ਹੈ ਕਿ ਕਾਫੀ ਦਿੱਕਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਹਨਾਂ ਦੀ ਬਹੁਤ ਮਿਹਨਤ ਹੈ ਕਿ ਉਹਨਾਂ ਨੇ ਇਵੇਂ ਦਾ ਉਪਰਾਲਾ ਕਰਕੇ ਇਸ ਮੂਵੀ ਨੂੰ, ਇਸ ਫਿਲਮ ਨੂੰ ਸਭ ਦੇ ਸਾਹਮਣੇ ਲਿਆਇਆ ਹੈ। ਹੁਣ ਉਹ ਅੱਜ ਰਿਲੀਜ਼ ਹੋਈ ਹੈ। ਹੁਣ ਸਾਡਾ ਫਰਜ਼ ਹੈ ਕਿ ਅਸੀਂ ਉਹਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਉਹਨੂੰ ਹਿੱਟ ਕਰਵਾਈਏ। ਜੋ ਇਵੇਂ ਦੀਆਂ ਮੂਵੀਜ਼ ਹੁੰਦੀਆਂ ਨੇ ਜੋ ਨਫ਼ਰਤ ਫੈਲਾਉਂਦੀਆਂ ਨੇ, ਉਹ ਅਗਰ ਹਿੱਟ ਹੋ ਸਕਦੀਆਂ ਨੇ ਤੇ ਫਿਰ ਸਾਡੀ ਇਤਿਹਾਸ ਦੀ ਮੂਵੀ ਕਿਉਂ ਹਿੱਟ ਨਹੀਂ ਹੋ ਸਕਦੀ? ਇਸ ਮੂਵੀ ਦਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਹੈ, ਕਿਉਂਕਿ ਸਾਡਾ ਵਿਲੱਖਣ ਇਤਿਹਾਸ ਹੈ ਔਰ ਇਸ ਮੂਵੀ ਵੀ ਸਾਡਾ ਇਤਿਹਾਸ ਦਿਖਾਇਆ ਗਿਆ ਹੈ। ਔਰ ਜੋ ਲੋਕੀ ਸਾਨੂੰ ਮਖੌਲ ਕਰਦੇ ਨੇ ਕਿ ਸਿੰਘਾਂ ਦੇ 12 ਵੱਜਦੇ ਨੇ, ਇਸ ਮੂਵੀ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਸਿੰਘਾਂ ਦੇ 12 ਕਿਵੇਂ ਵੱਜਦੇ ਸੀ। ਜਦੋਂ ਸਿੰਘਾਂ ਦੇ 12 ਵੱਜਦੇ ਸੀ, ਉਦੋਂ ਭਾਜੜਾਂ ਪੈ ਜਾਂਦੀਆਂ ਸੀ। ਔਰ ਜੋ ਇਸ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਜੋ ਹਮਲਾਵਰ ਆ ਕੇ ਚੁੱਕ ਕੇ ਲੈ ਜਾਂਦੇ ਸੀ, ਉਹਨਾਂ ਨੂੰ ਕਿਵੇਂ ਸਿੰਘ ਜਾ ਕੇ ਚੁਰਾ ਕੇ ਲਿਆਂਦੇ ਸੀ, ਉਦੋਂ ਸਿੰਘਾਂ ਦੇ 12 ਵੱਜਦੇ ਸੀ। ਸੋ ਇਹ ਜੋ ਇਤਿਹਾਸ ਹੈ, ਇਹ ਸਾਡੀ ਜੋ ਨਸਲਾਂ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਕੌਮਾਂ ਉਹੀ ਜੀਤਦੀਆਂ ਨੇ ਜੋ ਆਪਣੇ ਇਤਿਹਾਸ ਨਾਲ ਜੁੜ ਕੇ ਰਹਿੰਦੀਆਂ ਨੇ ਔਰ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਆਪਣਾ ਭਵਿੱਖ ਤੈਅ ਕਰਦੀਆਂ ਨੇ। ਇਸ ਲਈ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਕਿ ਇਸ ਮੂਵੀ ਨੂੰ, ਇਹ ਮੂਵੀ ਹਿੱਟ ਹੋਵੇ ਔਰ ਹੋਰ ਵੀ ਜੋ ਅੱਗੇ ਸਾਡਾ ਇਤਿਹਾਸ ਹੈ ਉਹ ਮੂਵੀ ਦੇ ਰਾਹੀਂ ਸਭ ਨੂੰ ਦੱਸਿਆ ਜਾਵੇ। ਤਜਿੰਦਰਪਾਲ ਵੀਰ ਜੀ, ਜਿਸ ਤਰੀਕੇ ਨਾਲ ਅੰਮ੍ਰਿਤਪਾਲ ਵੀਰ ਜੀ ਨੇ ਇੱਕ ਗੱਲ ਕੀਤੀ ਹੈ ਕਿ 12 ਵਜੇ ਦਾ ਇਤਿਹਾਸ ਦੇ ਬਾਰੇ ਚ ਲੋਕਾਂ ਨੂੰ ਨਹੀਂ ਪਤਾ, ਤੇ ਇਸ ਫਿਲਮ ਦੇ ਰਾਹੀਂ, ਇਸ ਮੂਵੀ ਦੇ ਰਾਹੀਂ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਾਣੂ ਕਰਵਾਏਗੀ ਇਹ ਮੂਵੀ। ਕੀ ਕਹਿਣਾ ਚਾਹੋਗੇ 12 ਵਜੇ ਨੂੰ ਲੈ ਕੇ? ਤੁਸੀਂ ਕੀ ਕਹਿਣਾ ਚਾਹੋਗੇ ਤਜਿੰਦਰਪਾਲ ਜੀ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ, ਜਿਨ੍ਹਾਂ ਨੇ ਇੱਕ ਬੜਾ ਸੁਚੱਜਾ, ਸੋਫਿਸਟੀਕੇਟਡ ਉਪਰਾਲਾ ਕਰਕੇ ਇੱਕ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਪੰਥਕ ਮੁੱਦੇ ਤੇ ਸਾਂਝ ਪਾਈਏ। ਔਰ ਜਿਹੜੀ ਇੱਕ ਮੂਵੀ ਜਿਹੜੀ ਹੈ ਅੱਜ ਰਿਲੀਜ਼ ਹੋਈ ਹੈ, ਜਿਸ ਦੇ ਬਾਬਤ ਅਸੀਂ ਸਾਰੇ ਵਿਚਾਰ ਸਾਂਝੇ ਕਰ ਰਹੇ ਹਾਂ, ਉਸ ਦੇ ਬਾਬਤ ਜਿਹੜਾ ਹੈ ਅਸੀਂ ਆਪਣੀ ਵਿਚਾਰਾਂ ਸਾਂਝੀਆਂ ਕਰ ਸਕੇ, ਤੁਹਾਡੇ ਉਪਰਾਲੇ ਨੂੰ ਮੈਂ ਸੈਲਿਊਟ ਕਰਦਾ ਹਾਂ। ਔਰ ਸਭ ਤੋਂ ਪਹਿਲਾਂ ਸੈਲਿਊਟ ਹੈ, ਮੈਂ ਤੁਹਾਡੇ ਕੁਐਸਚਨ ਤੇ ਆਵਾਂ, ਸਭ ਤੋਂ ਪਹਿਲਾਂ ਸੈਲਿਊਟ ਜਿਹੜਾ ਹੈ ਉਹ ਇਸ ਮੂਵੀ ਦੀ ਪੂਰੀ ਟੀਮ ਨੂੰ, ਜਿਨ੍ਹਾਂ ਨੇ ਇਸ ਜਿਹੜਾ ਹੈ ਬੜਾ ਹੀ, ਜਿਨ੍ਹਾਂ ਨੇ ਵੀ ਕੰਟਰੀਬਿਊਟ ਕੀਤਾ ਹੈ, ਜਿਨ੍ਹਾਂ ਨੇ ਵੀ ਕੰਟਰੀਬਿਊਸ਼ਨ ਆਪਣਾ ਦਿੱਤਾ, ਉਹ ਪ੍ਰੋਡਿਊਸਰਸ ਨੇ, ਡਾਇਰੈਕਟਰਸ ਨੇ, ਜਾਂ ਉਹਨਾਂ ਦੀ ਪੂਰੀ ਕਾਸਟਿੰਗ ਐਨਰਜੀ, ਜਿੰਨਾ ਵੀ ਜੋ ਉਹਨਾਂ ਦੀ ਟੀਮ ਹੈ, ਉਹਨਾਂ ਨੂੰ ਸੈਲਿਊਟ ਹੈ।
ਕਿ ਉਹਨਾਂ ਨੇ ਇੱਕ ਸੋਚ ਰੱਖੀ ਕਿ ਏਦਾਂ ਦੀ ਮੂਵੀ ਬਣਾਈ ਜਾਵੇ ਜੀ। ਇੱਕ ਸੋਚ, ਉਸ ਸੋਚ ਨੂੰ ਸਲਾਮ, ਕਿਉਂਕਿ ਇਤਿਹਾਸ ਸੱਚ ਦੱਸਿਆ ਜਾ ਰਿਹਾ ਹੈ ਔਰ ਉਸ ਸੱਚ ਨੂੰ ਸਲਾਮ, ਉਸ ਸੋਚ ਨੂੰ ਸਲਾਮ ਸਭ ਤੋਂ ਪਹਿਲਾਂ ਉਹਨਾਂ ਨੂੰ ਬਣਦਾ ਹੈ। ਜੀ ਫਿਰ ਅਗਰ ਤੁਸੀਂ ਜਿਵੇਂ ਤੁਸੀਂ ਪੁੱਛਿਆ ਹੈ ਭਾਜੀ ਕਿ ਆਪਾਂ 12 ਵਜੇ ਦੀ ਜਿਸ ਅਗਰ ਗੱਲ ਹੈ, ਤੇ ਅਸੀਂ ਵੇਖਦੇ ਹਾਂ ਕਿ ਹਮੇਸ਼ਾ ਸਮਾਜ ਦੇ ਵਿੱਚ ਵੀ ਔਰ ਸੋਸ਼ਲ ਮੀਡੀਆ ਦੇ ਅੰਦਰ ਵੀ ਅਸੀਂ ਵੇਖਦੇ ਹਾਂ, ਔਰ ਤੀਜਾ ਜਿਹੜਾ ਹੈ ਉਹ ਅਕਸਰ ਜਿਹੜਾ ਹੈ ਉਹ ਬਾਲੀਵੁੱਡ ਮੂਵੀਜ਼ ਦੇ ਅੰਦਰ ਸਿੱਖਾਂ ਦਾ ਬੜਾ ਹੀ ਅਜੀਬ ਜਿਹਾ ਜਿਹੜਾ ਹੈ ਉਹ ਇੱਕ ਅਜੀਬ ਕਿਸਮ ਦਾ ਇੱਕ ਬੜਾ ਹੀ ਜੈਸਟਰ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ, ਇੱਕ ਅਜੀਬ ਕਰੈਕਟਰ ਜਿਹੜਾ ਉਹਨਾਂ ਦਾ ਸ਼ੋਅ ਕੀਤਾ ਜਾਂਦਾ, ਜਿਸ ਦੇ ਵਿੱਚ ਇੱਕ ਕਾਰਟੂਨ ਦੇ ਰੂਪ ਦੇ ਵਿੱਚ ਸਿੱਖ ਨੂੰ ਸ਼ੋਅ ਕੀਤਾ ਜਾਂਦਾ। ਜੀ ਹੁਣ ਸਾਡਾ ਇਤਿਹਾਸ ਅਗਰ ਦੱਸ ਕੇ ਵੇਖ ਲਈਏ ਤੇ ਹਿੰਦੁਸਤਾਨ ਦੀ ਅਜ਼ਮਤ ਦੇ ਰਖਵਾਲੇ ਨੇ ਸਿੱਖ, ਜੀ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਰਖਵਾਲੇ ਨੇ। ਜਿਸ ਕੰਪੋਜ਼ਿਟ ਕਲਚਰ ਦੀ ਅੱਜ ਗੱਲ ਕੀਤੀ ਜਾਂਦੀ ਹੈ, ਜਿਸ ਕੰਪੋਜ਼ਿਟ ਕਲਚਰ ਤੇ ਅੱਜ ਮਾਣ ਕੀਤਾ ਜਾਂਦਾ ਹੈ, ਜੀ ਹਿੰਦੁਸਤਾਨ ਇਵੇਂ ਦਾ ਕੰਪੋਜ਼ਿਟ ਕਲਚਰ ਹੈ। ਅੱਜ ਉਸ ਦਾ ਮੈਂ ਸਮਝਦਾ ਹਾਂ ਅਗਰ ਨੀਂਵ ਹੈ ਕੋਈ ਤੇ ਉਸ ਜਿਨ੍ਹਾਂ ਨੇ ਆਪਣਾ ਲਹੂ ਜਿਹੜਾ ਹੈ ਉਹ ਦੇ ਕਰਕੇ, ਆਪਣੀ ਕੁਰਬਾਨੀਆਂ, ਲਾਸਾਨੀਆਂ, ਸ਼ਹਾਦਤਾਂ ਦੇ ਕਰਕੇ ਜਿਹੜਾ ਹੈ ਉਹ ਇਸ ਹਿੰਦੁਸਤਾਨ ਦੀ ਅਜ਼ਮਤ ਨੂੰ, ਇਸ ਦੀ ਸੰਸਕ੍ਰਿਤੀ ਤੋਂ ਬਚਾਇਆ। ਜੀ ਔਰ ਇਸ ਫਿਲਮ ਦੇ ਵਿੱਚ ਅਸੀਂ ਉਹੀ ਵੇਖਣ ਜਾ ਰਹੇ ਹਾਂ ਕਿ ਕਿਵੇਂ ਇੱਕ ਜਿਹੜਾ ਹੈ ਉਹਦੇ ਨਾਲ ਇੱਕ ਰਾਹ ਵਿਖਾਣਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਇਹ ਜੰਗਲਾਂ ਦੇ ਵਿੱਚ ਵੀ ਕਮਾ ਰਹੇ ਨੇ, ਜਿੱਥੇ ਉਹਨਾਂ ਦੇ ਕੋਲ ਖਾਣ ਵਾਸਤੇ ਕੁਝ ਵੀ ਨਹੀਂ, ਜਿੱਥੇ ਉਹਨਾਂ ਦੇ ਕੋਲ ਜਿਹੜਾ ਹੈ ਉਹ ਕੋਈ ਸੁਵਿਧਾਵਾਂ ਨਹੀਂ, ਉੱਥੇ ਵੀ ਸਿੰਘ ਜਿਹੜੇ ਨੇ ਉਹ ਲੰਗਰ ਲਾ ਰਹੇ ਨੇ, ਗਰੀਬਾਂ ਨੂੰ ਛਕਾ ਰਹੇ ਨੇ। ਜਦੋਂ ਇਹਨਾਂ ਨੂੰ ਇਹ ਚੀਜ਼ ਪਤਾ ਚੱਲਦੀ ਹੈ, ਉਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਦੁਨੀਆ ਦੇ ਵਿੱਚ ਵਾਹਿਦ ਕੋਈ ਐਸੀ ਕੌਮ ਵੀ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫਰਮਾਨ ਤੇ ਪਹਿਰਾ ਦੇ ਰਹੀ ਹੈ। ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜਸ ਹਲਾਲ ਅਕਬਰ ਜੀ ਕਿ ਜਦੋਂ ਸ਼ਾਂਤੀ ਤੇ ਸਾਰੇ ਹੀਲੇ ਵਸੀਲੇ ਖਤਮ ਹੋ ਜਾਵਨ, ਉਦੋਂ ਜਿਹੜਾ ਹੈ ਉਹ ਤਲਵਾਰ ਚੁੱਕ ਲੈਣਾ ਜਿਹੜਾ ਹੈ ਉਹ ਹਲਾਲ ਹੈ, ਜਾਇਜ਼ ਹੈ। ਅਸੀਂ ਵੇਖੀਏ ਕਿ ਕਿਵੇਂ ਉਹ ਮਰਾਸੀ ਜਾਤ ਤੋਂ ਬਿਲੋਂਗ ਕਰਦੇ ਭਾਈ ਮਰਦਾਨਾ ਜੀ, ਉਹਨਾਂ ਦੀ ਜਾਤ ਤੋਂ ਬਿਲੋਂਗ ਕਰਦੇ ਜੋ ਜਿਹੜੇ ਇਹਨਾਂ ਦਾ ਕੈਰੈਕਟਰ ਜਿਹੜਾ ਹੈ ਉਹ ਤਰਸੇਮ ਜੱਸੜ ਜਾਂ ਉਹਨਾਂ ਦੇ ਸਾਥੀ ਫਿਲਮ ਦੇ ਵਿੱਚ ਨਿਭਾ ਰਹੇ ਨੇ। ਜਦੋਂ ਸਿੱਖਾਂ ਦੇ ਇਸ ਇਖਲਾਕ ਨੂੰ, ਇਸ ਕਰੈਕਟਰ ਨੂੰ ਜਦੋਂ ਉਹਨਾਂ ਨਾਲ ਜਿਹੜਾ ਹੈ ਉਸ ਤੋਂ ਵਾਕਿਫ ਹੁੰਦੇ ਨੇ ਤੇ ਉਹ ਇਤਨੇ ਪ੍ਰਭਾਵਿਤ ਹੁੰਦੇ ਨੇ ਇਸ ਕਰੈਕਟਰ ਤੋਂ ਕਿ ਉਹਨਾਂ ਨੇ ਵੀ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦੇ ਅੰਮ੍ਰਿਤ ਤੋਂ ਜਿਹੜਾ ਹੈ ਉਹ ਸਜਦਾ ਕੀਤਾ, ਉਸ ਤੇ ਧਾਰਨੀ ਹੋਣਾ ਜਿਹੜਾ ਹੈ ਉਹ ਲਾਜ਼ਮੀ ਸਮਝਿਆ ਅਤੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਨੇ ਨਾਲ ਜਾ ਕਰਕੇ ਟਾਕਰਾ ਲਿਆ। ਮਿਲਦੀ ਹੈ ਔਰ ਮੈਂ ਇਹੀ ਰਿਕਵੈਸਟ ਕਰਾਂਗਾ ਕਿ ਬੜੇ ਜੋਕ ਅਸੀਂ ਵੇਖੇ ਆ 12 ਵਜੇ ਤੇ, ਬੜੇ ਜਿਹੜਾ ਹੈ ਉਹ ਕੋਮਿਕ ਔਰ ਬੜੇ ਜੈਸਟਰ ਕਰੈਕਟਰ ਜਿਹੜੇ ਤੇ ਬਣਾਏ ਗਏ ਹੈ, ਲੇਕਿਨ ਅੱਜ ਅਗਰ ਇੱਕ ਦਾ ਇਖਲਾਕ ਦੱਸਿਆ ਜਾ ਰਿਹਾ ਉਹ ਇਸ ਮੂਵੀ ਦੇ ਵਿੱਚ ਹੈ। ਮੇਰੀ ਰਿਕਵੈਸਟ ਹੈ ਪੂਰੇ ਸਿੱਖ ਜਗਤ ਨੂੰ, ਔਰ ਸਿਰਫ ਸਿੱਖ ਜਗਤ ਨੂੰ ਨਹੀਂ, ਹਰ ਇੰਡੀਅਨ ਨੂੰ, ਕਿਉਂਕਿ ਹਿੰਦੁਸਤਾਨ ਦੀ ਅਗਰ ਸੰਸਕ੍ਰਿਤੀ ਬਚਾਈ ਹੈ ਤੇ ਇਹਨਾਂ ਮਰਜੀਵੜਿਆਂ ਨੇ ਬਚਾਈ ਹੈ, ਤੇ ਹਰ ਇੱਕ ਹਿੰਦੁਸਤਾਨੀ ਨੂੰ ਜਿਹੜਾ ਹੈ ਉਹ ਸਾਡੀ ਅਪੀਲ ਹੈ ਕਿ ਇਸ ਮੂਵੀ ਨੂੰ ਜ਼ਰੂਰ ਵੇਖਿਆ ਜਾਵੇ ਔਰ ਪੂਰੇ ਜਗਤ ਨੂੰ, ਪੂਰੀ ਸਮੁੱਚੀ ਕਾਇਨਾਤ ਨੂੰ ਇਹ ਅਪੀਲ ਹੈ। ਕਿਉਂਕਿ ਅਗਰ ਬਹਾਦੁਰੀ, ਦਲੇਰੀ, ਇਖਲਾਕ ਕਰੈਕਟਰ ਜਿਹੜਾ ਹੈ ਅਗਰ ਤੁਸੀਂ ਵੇਖਣਾ ਹੈ ਤਾਂ ਸੱਚਾ ਕਰੈਕਟਰ ਜਿਹੜਾ ਹੈ ਉਹ ਇਸ ਮੂਵੀ ਦੇ ਵਿੱਚ, ਇਸ ਸਿੱਖ ਇਤਿਹਾਸ ਦੇ ਵਿੱਚ ਦੱਸਿਆ ਜਾ ਰਿਹਾ। ਬੀਬੀਆਂ ਦਾ ਵੀ ਬਹੁਤ ਵੱਡਾ ਇਤਿਹਾਸ ਹੈ। ਮਾਈ ਭਾਗੋ ਦਾ ਤੁਸੀਂ ਇਤਿਹਾਸ ਸੁਣਿਆ ਹੋਣਾ, ਮਾਈ ਭਾਗੋ ਦਾ ਇਤਿਹਾਸ ਤੁਸੀਂ ਪੜ੍ਹਿਆ ਹੋਣਾ। ਉਸ ਇਤਿਹਾਸ ਦੇ ਨਾਲ ਵੀ ਇਹ ਮੂਵੀ ਜਿਹੜੀ ਹੈ ਇਹ ਜੋੜਦੀ ਹੈ। ਕਿਵੇਂ ਵੇਖਦੇ ਹੋ ਅੱਜ ਦੀ ਮੂਵੀ ਦੇ ਬਾਰੇ? ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਜਿਹੜੀ ਮੂਵੀ ਹੋਈ ਹੈ ਇਸ ਮੂਵੀ ਨੂੰ ਲੈ ਕੇ? ਮੈਂ ਬੜਾ ਮਾਣਯੋਗ ਹੈ ਕਿ ਤੁਸੀਂ ਮੈਨੂੰ ਇੱਕ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਤੇ ਰੱਖ ਦਿੰਦੀ ਹੈ ਕਿ ਇਸ ਮਸਤਾਨੇ ਮੂਵੀ ਦੇ ਆਉਣ ਨਾਲ ਸਾਡੇ ਯੁੱਗ ਵਿੱਚ ਸਾਡਾ ਜਿਹੜਾ ਯੂਥ ਹੈਗਾ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਜ਼ਰੂਰ ਹੋਵੇਗਾ। ਜੇਕਰ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕਿਸ ਤਰੀਕੇ ਨਾਲ ਦੇਖਦੇ ਹਾਂ, ਬਿਲਕੁਲ ਪੋਜ਼ਿਟਿਵ ਤਰੀਕੇ ਨਾਲ ਹੀ ਵੇਖਣਾ ਹੈ। ਜਿਸ ਤਰ੍ਹਾਂ ਕਿ ਸਾਡੀ ਅਗਰ ਅਸੀਂ ਗੱਲ ਕਰੀਏ ਹਿੰਦੂ ਸਮਾਜ ਦੀ ਜਾਂ ਕਿਸੇ ਹੋਰ ਦੀ ਸਮਾਜ ਦੀ ਵੀ ਗੱਲ ਕਰੀਏ, ਜੇਕਰ ਝਾਂਸੀ ਦੀ ਰਾਣੀ ਮਸ਼ਹੂਰ ਹੋ ਸਕਦੀ ਹੈ ਤੇ ਮਾਈ ਭਾਗੋ ਜੀ ਕਿਉਂ ਨਹੀਂ ਹੋ ਸਕਦੇ? ਜੇਕਰ ਝਾਂਸੀ ਦੀ ਰਾਣੀ ਨੇ ਮਤਲਬ ਉਹਨਾਂ ਦਾ ਇਤਿਹਾਸ ਪੜ੍ਹਿਆ ਜਾ ਸਕਦਾ ਹੈ, ਉਹਨਾਂ ਦਾ ਇਤਿਹਾਸ ਪੜ੍ਹਾਇਆ ਵੀ ਜਾ ਸਕਦਾ ਹੈ, ਈਵਨ ਕਿ ਕਿਤਾਬਾਂ ਵਿੱਚ ਵੀ ਪੜ੍ਹਾਇਆ ਜਾ ਸਕਦਾ ਹੈ, ਤੇ ਅਸੀਂ ਫਿਲਮਾਂ ਦੁਆਰਾ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਇਤਿਹਾਸ ਪੜ੍ਹਾ ਸਕਦੇ? ਤੇ ਇਹਦੇ ਨਾਲ ਤੇ ਇੱਕ ਜਿਹੜੀ ਇਹ ਮੂਵੀ ਹੈਗੀ ਹੈ ਮਸਤਾਨੇ ਜਿਨ੍ਹਾਂ ਨੇ ਰਿਲੀਜ਼ ਕੀਤੀ ਹੋਈ ਹੈ, ਬਹੁਤ ਜ਼ਿਆਦਾ ਮੁਬਾਰਕਬਾਦ ਦੇ ਹੱਕਦਾਰ ਨੇ।
ਕਿਉਂਕਿ ਇਸ ਨਾਲ ਸਿਰਫ ਸਾਡੇ ਸਿੱਖ ਜਗਤ ਨੂੰ ਹੀ ਨਹੀਂ ਸੁਨੇਹਾ ਮਿਲਦਾ, ਬਲਕਿ ਬਾਕੀ ਜਿਹੜੇ ਆਮ ਲੋਕ, ਜਿਹੜੇ ਬਾਕੀ ਲੋਕ ਨੇ, ਨੋਨ ਸਿੱਖ ਅਸੀਂ ਕਹਿ ਲਵਾਂਗੇ, ਬਾਕੀ ਜਿਹੜੇ ਕਾਸਟ ਤੋਂ ਬਿਲੋਂਗ ਕਰਦੇ ਨੇ, ਉਹ ਵੀ ਸੱਚ ਤੋਂ ਵਾਕਿਫ ਹੁੰਦੇ ਨੇ। ਜਿਸ ਤਰ੍ਹਾਂ ਕਿ ਹੁਣੇ ਵੀਰ ਜੀ ਨੇ ਕਿਹਾ ਕਿ 12 ਵਜੇ ਤੋਂ ਅਗਰ ਅਸੀਂ ਦੇਖੀਏ ਤੇ ਇਹਦੇ ਵਿੱਚ ਸਕ੍ਰਿਪਟ ਵੀ ਮੈਂ ਲਿਖੀ ਸੀ, 12 ਤਾਂ ਵਜੇ ਸੀ ਤਾਈਓ ਤਾਂ ਇਹਨਾਂ ਦੇ ਮੰਦਿਰਾਂ ਦੇ ਤਾਜ ਸਜੇ ਸੀ। ਜਦੋਂ 12 ਵਜੇ ਸੀ ਤਾਈਓ ਤਾਂ ਜੈਨਯੂ ਦੀ ਰੱਖਿਆ ਹੋਈ ਸੀ। ਜੇ 12 ਨਾ ਵੱਜਦੇ ਤੇ ਹਿੰਦੁਸਤਾਨ ਦੀ ਆਨ ਸ਼ਾਨ ਪਤ ਕੁਝ ਨਾ ਰਹਿ ਜਾਂਦੀ ਸਰ। ਤੇ ਬੀਬੀਆਂ ਨੂੰ ਤੇ ਵੱਧ ਚੜ ਕੇ ਦੇਖਣਾ ਚਾਹੀਦਾ ਹੈ, ਕਿਉਂਕਿ ਬੀਬੀ ਇੱਕ ਘਰ ਦੀ ਸਰਮੋਹ ਹੁੰਦੀ ਹੈ, ਬੱਚਿਆਂ ਨੂੰ ਅੱਗੇ ਮਤਲਬ ਤਾਲੀਮ ਦਿੰਦੀ ਹੈ। ਜਿਸ ਤਰੀਕੇ ਦੀ ਤਾਲੀਮ ਬੀਬੀ ਦੇਗੀ ਤੇ ਉਸ ਤਰੀਕੇ ਦੇ ਬੱਚੇ ਵੀ ਬਣਨਗੇ। ਜੇ ਬੀਬੀ ਬੱਚਿਆਂ ਨਾਲ ਜਾਣਗੇ, ਇਸ ਫਿਲਮ ਨੂੰ ਦੇਖਣਗੇ, ਜੇਕਰ ਕਿਸੇ ਦੀ ਘਾਟ ਹੈਗੀ, ਕਿਸੇ ਨੂੰ ਜਾਣਕਾਰੀ ਨਹੀਂ ਹੈਗੀ ਆਪਣੇ ਇਤਿਹਾਸ ਦੇ ਬਾਰੇ, ਉਹ ਜਾਣਕਾਰ ਬਣਨ ਤੇ ਆਪਣੇ ਇਤਿਹਾਸ ਨੂੰ ਜਾਣ ਕੇ ਚੰਗਾ ਸੁਨੇਹਾ ਦੇਣ ਕਿ ਸਿੱਖ ਹੈ ਕੀ, 12 ਕਿਉਂ ਵਜਦੇ ਸੀ ਤੇ 12 ਵਜਣ ਦਾ ਅਸਲ ਕਾਰਨ ਕੀ ਹੈ। ਇਹ ਜ਼ਿਆਦਾਤਰ ਹਿੰਦੂ ਸਮਾਜ ਨੂੰ ਵੀ ਪਤਾ ਹੈ, ਮਗਰ ਉਹ ਪਰਦਾ ਪਾਉਂਦੇ ਨੇ। ਗੱਲ ਉਹਨਾਂ ਨੂੰ ਵੀ ਪਤਾ ਹੈ, ਮਗਰ ਪਰਦਾ ਪਾਇਆ ਜਾਂਦਾ ਹੈ। ਕਿਉਂ? ਕਿਉਂਕਿ ਇੱਕ ਅਸੀਂ ਮਿਨੋਰਟੀ ਵਿੱਚ ਆ ਜਾਂਦੇ ਹਾਂ, ਪਰਦਾ ਪਾਉਣ ਵਾਲੀ ਗੱਲ ਬਣ ਹੀ ਜਾਂਦੀ ਹੈ। ਤੇ ਨਾਲੇ 12 ਵਜਦੇ ਸੀ ਤੇ ਤਾਈਓ ਤੇ ਇਹਨਾਂ ਦੇ ਸਿਰਾਂ ਦੇ ਤਾਜ ਵੀ ਸਜੇ ਸੀ, ਇਸ ਗੱਲ ਨੂੰ ਕੋਈ ਛੁਪਾ ਨਹੀਂ ਸਕਦਾ। ਤੇ ਬਾਕੀ ਮਸਤਾਨੀ ਫਿਲਮ ਦੀ ਅਗਰ ਅਸੀਂ ਗੱਲ ਕਰੀਏ, ਇਹ ਦੇਸ਼ ਦੀ ਜਿਹੜੀ ਇਹ ਫਿਲਮ ਅਜਿਹੀ ਫਿਲਮ ਹੈ ਜਿਹੜੀ ਐਸੀ ਸੱਚਾਈ ਨੂੰ ਦਰਸਾ ਰਹੀ ਹੈ, ਜਿਹੜੇ ਹਰ ਮਤਲਬ ਜਿੰਨੇ ਵੀ ਜ਼ੁਲਮ ਹੋਏ ਨੇ ਸਾਰੇ, ਭਾਵੇਂ ਉਹ ਕਿਸੇ ਵੀ ਕਾਸਟ ਦਾ ਹੋਵੇ, ਹਿੰਦੂ ਹੋਵੇ, ਮੁਸਲਿਮ ਹੋਵੇ। ਜਦੋਂ ਨਾਦਰ ਸ਼ਾਹ ਜੀ ਜਦੋਂ ਆਪਣੇ ਹਿੰਦੁਸਤਾਨ ਵਿੱਚ ਆਏ ਸੀ ਆਪਣੀ ਫੌਜ ਲੈ ਕੇ, ਉਦੋਂ ਸਿੱਖਾਂ ਨੇ ਇਹ ਨਹੀਂ ਵੇਖਿਆ ਸੀ ਕਿ ਇਹ ਹਿੰਦੂ ਹੈ ਜਾਂ ਮੁਸਲਮਾਨ ਨੂੰ ਬਚਾਉਣਾ ਹੈ। ਉਹਨਾਂ ਦੇ ਸਾਹਮਣੇ ਜਿਹੜੇ ਆਏ ਸੀ ਉਹਨਾਂ ਨੂੰ ਬਚਾਇਆ ਗਿਆ ਸੀ। ਅੰਮ੍ਰਿਤਪਾਲ ਜੀ, ਜਿਸ ਤਰੀਕੇ ਦੇ ਨਾਲ ਅੱਜ ਸਾਡਾ ਯੂਥ ਕਿਹੜੇ ਪਾਸੇ ਨੂੰ ਤੁਰ ਪਿਆ, ਨਸ਼ਿਆਂ ਦੇ ਨਾਲ ਗੁਲਤਾਨ ਹੈ। ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਨੌਜਵਾਨ ਪੀੜ੍ਹੀ ਹੈ ਜਿਹੜੀ ਕਿਸ ਪਾਸੇ ਨੂੰ ਤੁਰ ਪਈ ਹੈ। ਕਿ ਇਸ ਮੂਵੀ ਨੂੰ ਦੇਖ ਕੇ ਵਾਪਸ ਇਤਿਹਾਸ ਦੇ ਨਾਲ ਜੁੜਨਗੇ? ਕੀ ਕਹਿਣਾ ਚਾਹੋਗੇ? ਬਿਲਕੁਲ ਵੀਰ ਜੀ, ਮੈਂ ਇੱਥੇ ਇੱਕ ਹੋਰ ਵੀ ਤੁਹਾਡੇ ਨਾਲ ਟੌਪਿਕ ਸ਼ੇਅਰ ਕਰਨਾ ਚਾਹਾਂਗਾ ਕਿ ਕਹਿੰਦੇ ਨੇ ਪ੍ਰਚਾਰ ਹੋਣਾ ਚਾਹੀਦਾ ਹੈ। ਕੋਈ ਵੀ ਕੌਮ ਪ੍ਰਚਾਰ ਕਰਦੀ ਹੈ, ਪ੍ਰਚਾਰ ਅੱਜ ਈਸਾਈ ਕਰ ਰਹੇ ਨੇ। ਉਹਨਾਂ ਦੀ ਇੱਕ ਸ਼ਹੀਦੀ ਹੋਈ ਸੀ, ਉਹਨਾਂ ਨੇ ਪੂਰੇ ਵਰਲਡ ਵਿੱਚ ਆਪਣਾ ਧਰਮ ਫੈਲਾ ਦਿੱਤਾ। ਉਹ ਪ੍ਰਚਾਰ ਹੁੰਦਾ ਹੈ ਦੂਜੇ ਧਰਮ ਵਿੱਚ ਜਾ ਕੇ। ਪਰ ਸਾਡੀ ਬਦਕਿਸਮਤੀ ਹੈ ਕਿ ਸਾਡੀ ਕੌਮ ਹੈ ਉਹ ਇਤਨੀ ਸੁਚੇਤ ਨਹੀਂ ਹੋਈ ਕਿ ਸਾਨੂੰ ਜਿਹੜੇ ਸਾਡੇ ਪ੍ਰਚਾਰਕ ਨੇ ਉਹਨਾਂ ਨੂੰ ਪ੍ਰਚਾਰ ਕਰਨਾ ਪੈ ਰਿਹਾ ਹੈ। ਉਹ ਵੀ ਪ੍ਰਚਾਰ ਆਪਣੀ ਸਿੱਖ ਕੌਮ ਵਿੱਚ ਹੀ ਕਰਨਾ ਪੈ ਰਿਹਾ ਹੈ। ਔਰ ਆਪਣੀ ਸਿੱਖ ਕੌਮ ਨੂੰ ਹੀ, ਜਿਵੇਂ ਕਿ ਤੁਸੀਂ ਸਮਝ ਲਓ ਕਿ ਬਾਣੀ ਨਾਲ ਜੋੜਨ ਦਾ ਉਹ ਪ੍ਰਚਾਰ ਕਰਦੇ ਨੇ ਜਾਂ ਇਤਿਹਾਸ ਸੁਣਾਉਂਦੇ ਨੇ, ਉਹ ਸਿੱਖ ਕੌਮ ਵਿੱਚ ਹੀ ਕੀਤਾ ਜਾ ਰਿਹਾ ਹੈ। ਕਿਉਂਕਿ ਸਿੱਖ ਕੌਮ ਵੀ ਇਤਨੀ ਸੁਚੇਤ ਨਹੀਂ ਹੋ ਰਹੀ। ਨਾ ਕਿ ਉਹਨਾਂ ਨੂੰ ਦੂਜੀਆਂ ਕੌਮਾਂ ਵਿੱਚ ਜਾ ਕੇ ਪ੍ਰਚਾਰ ਕਰਕੇ ਉਹਨਾਂ ਨੂੰ ਪ੍ਰਭਾਵਿਤ ਕਰਨਾ ਸੀ ਕਿ ਸਾਡੇ ਸਿੱਖ ਕੌਣ ਨੇ, ਸਿੱਖਾਂ ਦਾ ਕੀ ਇਤਿਹਾਸ ਹੈ। ਉਹਨਾਂ ਨੇ ਪ੍ਰਭਾਵਿਤ ਹੋ ਕੇ ਉਹਨਾਂ ਨੇ ਸਾਡਾ ਧਰਮ ਅਪਣਾਉਣਾ ਸੀ। ਪਰ ਸਾਡੀ ਇਹ ਮੈਂ ਬਦਕਿਸਮਤੀ ਸਮਝਦਾ ਹਾਂ ਕਿ ਸਾਨੂੰ ਆਪਣੀ ਹੀ ਕੌਮ ਵਿੱਚ ਵਾਪਿਸ ਪ੍ਰਚਾਰ ਕਰਨਾ ਪੈ ਰਿਹਾ ਹੈ। ਕਿਸੇ ਕੌਮ ਦਾ ਇੱਕ ਸ਼ਹੀਦ ਹੈ, ਕਿਸੇ ਕੌਮ ਦੇ 2 ਸ਼ਹੀਦ ਨੇ, ਪਰ ਉਹਨਾਂ ਨੇ ਆਪਣਾ ਇੰਨਾ ਵੱਡੇ ਲੈਵਲ ਤੇ ਪ੍ਰਚਾਰ ਕਰਤਾ ਕਿ ਪੂਰੇ ਦੁਨੀਆ ਵਿੱਚ ਉਹਨਾਂ ਦਾ ਧਰਮ ਫੈਲ ਗਿਆ। ਪਰ ਸਾਡੇ ਚੱਪੇ ਤੇ ਸ਼ਹੀਦ ਹੋਏ ਨੇ। ਸਾਡੇ ਅਗਰ ਸ਼ਹੀਦ ਗਿਣਨਾ ਸ਼ੁਰੂ ਕਰ ਦਈਏ, ਅਸੀਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦੇ। ਔਰ ਅੱਜ ਸਾਨੂੰ ਕਦੀ ਪੂਰਾ ਪੰਜਾਬ ਕਹਿ ਕੇ ਮਜ਼ਾਕ ਕੀਤਾ ਜਾਂਦਾ ਹੈ, ਕਦੀ ਹੋਰ ਕਿਸੇ ਜੋਕ ਤੇ ਸਾਡੇ ਸਰਦਾਰਾਂ ਨਾਲ ਮਜ਼ਾਕ ਕੀਤਾ ਜਾਂਦਾ ਹੈ। ਸਾਡੀ ਬਦਕਿਸਮਤੀ ਹੈ। ਪਰ ਮੈਂ ਹੁਣ ਤੁਹਾਡੇ ਮਾਧਿਅਮ ਤੋਂ ਇਹ ਜ਼ਰੂਰ ਅਪੀਲ ਕਰਨਾ ਚਾਹਾਂਗਾ ਕਿ ਜੋ ਸਾਡਾ ਯੰਗ ਯੂਥ ਹੈ, ਉਹ ਚਾਹੇ ਕਿਤੇ ਵੀ ਸਟੇਟ ਵਿੱਚ ਹੈ, ਪੰਜਾਬ ਵਿੱਚ ਹੈ, ਅਦਰ ਸਟੇਟ ਵਿੱਚ ਹੈ, ਕਿਤੇ ਵੀ ਹੈ, ਯੰਗ ਯੂਥ ਨੂੰ ਇਕੱਠਾ ਹੋਣਾ ਪਵੇਗਾ, ਉਹਨੂੰ ਕਦਮ ਵਧਾਉਣਾ ਪਵੇਗਾ। ਉਹੀ ਅਸੀਂ ਉਪਰਾਲਾ ਕਰ ਰਹੇ ਹਾਂ। ਮੈਂ ਔਰ ਤਜਿੰਦਰ ਵੀਰ ਪੁੰਛ ਤੋਂ ਬਿਲੋਂਗ ਕਰਦੇ ਹਾਂ, ਭੈਣ ਜੀ ਕਸ਼ਮੀਰ ਤੋਂ ਬਿਲੋਂਗ ਕਰਦੇ ਨੇ। ਸਾਡੀ ਇਹ ਅਪੀਲ ਹੈ ਕਿ ਹਰ ਜਗ੍ਹਾ ਤੋਂ ਆਪਣੇ ਨਾਲ ਮੇਲ ਫੀਮੇਲ ਜੋ ਵੀ ਨੌਜਵਾਨ ਨੇ ਉਹਨਾਂ ਨੂੰ ਜੋੜੋ, ਉਹਨਾਂ ਨੂੰ ਇਤਿਹਾਸ ਤੋਂ ਅਵਗਤ ਕਰਾਓ ਔਰ ਇੱਕ ਆਪਣੀ ਇੱਕ ਮੁੱਠ ਹੋਈਏ। ਅਗਰ ਅਸੀਂ ਇਕੱਲੇ ਜਾਵਾਂਗੇ, ਸਾਡਾ ਕੋਈ ਵੀ ਸੁਣਵਾਈ ਨਹੀਂ ਹੋਣੀ। ਅਗਰ ਅਸੀਂ ਇੱਕ ਮੁੱਠ ਹੋਵਾਂਗੇ, ਸਾਡੀ ਆਪਣੀ ਪਕੜ ਹੋਵੇਗੀ, ਹਰ ਸਾਡੀ ਪਕੜ ਹੋਣੀ ਚਾਹੀਦੀ ਹੈ। ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ, ਨਸਲਾਂ ਨੂੰ ਵਧੀਆ ਸਿੱਖਿਆ ਦੇਈਏ। ਧਾਰਮਿਕ ਸਿੱਖਿਆ ਦੇ ਨਾਲ ਜੋ ਸਮਾਜਿਕ ਸਿੱਖਿਆ ਹੈ ਉਹ ਵੀ ਹੋਣੀ ਚਾਹੀਦੀ ਹੈ। ਹਰ ਉਹ ਵੱਡੇ ਅਹੁਦੇ ਤੇ ਸਿੱਖ ਹੋਣਾ ਚਾਹੀਦਾ ਹੈ। ਉਹਦੇ ਬਾਅਦ ਤਾਂ ਹੀ ਜੋ ਸਾਡੀ ਜੋ ਕੌਮ ਹੈ ਅੱਗੇ ਵੱਧ ਸਕਦੀ ਹੈ। ਦੁਬਾਰਾ ਵੀ ਅਸੀਂ ਇਤਿਹਾਸ ਦੇ ਨਾਲ ਜੁੜ ਸਕਦੇ ਹਾਂ।
ਬਹੁਤ ਸਾਰੇ ਪਿੱਛੇ ਅਸੀਂ ਵੀ ਗੁਰੂ ਘਰਾਂ ਦੇ ਵਿੱਚ ਵੇਖਿਆ ਹੈ, ਅਸੀਂ ਵੀ ਵੇਖਿਆ ਉਹਨਾਂ ਵੱਡੇ ਸਮਾਗਮਾਂ ਤੇ ਵੱਡੇ ਦੂਰ ਤੋਂ ਪ੍ਰਚਾਰਕ ਬੁਲਾਏ ਜਾਂਦੇ ਹਨ। ਬਹੁਤ ਘੰਟਾ 2 ਘੰਟੇ ਆਪਣੇ ਪ੍ਰਚਾਰ ਦੇ ਰਾਹੀਂ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਮੈਂ ਸਭ ਤੋਂ ਪਹਿਲਾਂ ਤਾਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਵੇਖੋ, ਤੁਸੀਂ ਕਿਤੇ ਵੀ ਗੁਰਦੁਆਰਾ ਸਾਹਿਬ ਜਾ ਕੇ ਵੇਖੋ, ਇੱਕ ਬੜੀ ਅਨਫੋਰਚੂਨੇਟ ਗੱਲ ਹੈ, ਬੜੀ ਬਦਕਿਸਮਤੀ ਗੱਲ ਹੈ ਸਾਡੀ ਕਿ ਸਾਡਾ ਯੂਥ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ। ਜੀ ਕਿਸੇ ਕੋਈ ਸਾਲ ਦੇ ਵਿੱਚ ਕੋਈ ਇੱਕ ਅੱਧਾ ਸਮਾਗਮ ਹੋਵੇ ਤੇ ਉਸ ਤੇ ਯੂਥ ਮੇਲਾ ਵੇਖਣ ਚਲਾ ਜਾਂਦਾ ਹੈ, ਉਹ ਵੱਖਰੀ ਗੱਲ ਹੈ। ਜੀ ਲੇਕਿਨ ਪ੍ਰਚਾਰ ਰੋਜ਼, ਅਸੀਂ ਕਹਿ ਲਈਏ ਕਿ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜਾਂ ਕਿਤੇ ਵੀ ਕਿਸੇ ਵੀ ਦੀਵਾਨ ਦੇ ਵਿੱਚ ਸਾਡੇ ਯੂਥ ਦੀ ਜਿਹੜੀ ਸ਼ਮੂਲੀਅਤ ਹੈ ਉਹ ਬਹੁਤ ਘੱਟ ਹੈ। ਜੀ ਉਹਨੂੰ ਫਿਊਚਰ ਜਿਹੜਾ ਹੈ, ਯੂਥ ਫਿਊਚਰ ਹੈ, ਔਰ ਅਗਰ ਫਿਊਚਰ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਜਾ ਕੇ ਫਿਊਚਰ ਨੂੰ ਆਪਣਾ ਇਤਿਹਾਸ ਨਹੀਂ ਪਤਾ ਹੋਵੇਗਾ, ਬਾਣੀ ਦਾ ਸਿਧਾਂਤ ਨਹੀਂ ਪਤਾ ਹੋਵੇਗਾ, ਸਾਡਾ ਕੀ ਵਿਲੱਖਣ ਸਿਧਾਂਤ ਹੈ, ਸਾਡਾ ਕੀ ਫਲਸਫਾ ਹੈ, ਸਾਡੀ ਕੀ ਵਿਚਾਰਧਾਰਾ ਹੈ, ਸਾਡਾ ਇਤਿਹਾਸ ਕੀ ਹੈ, ਸਾਡੀ ਤਵਾਰੀਖ ਕੀ ਹੈ ਔਰ ਕਿਵੇਂ ਵਿਲੱਖਣ ਹੈ, ਜੀ ਅਸੀਂ ਕਿਵੇਂ ਦੁਨੀਆ ਨੂੰ ਦੱਸੀਏ ਕਿ ਵਾਈ ਵੀ ਆਰ ਸਿੱਖ, ਅਸੀਂ ਕਿਉਂ ਹਾਂ ਸਿੱਖ, ਬਾਈ ਚॉइस ਹਾਂ ਜਾਂ ਬਾਈ ਚਾਂਸ ਹਾਂ, ਔਰ ਅਗਰ ਅਸੀਂ ਬਾਈ ਚॉइस ਸਿੱਖ ਹਾਂ ਤੇ ਸਾਡਾ ਕੀ ਜਿਹੜਾ ਹੈ ਉਹ ਡਿਫਰੈਂਸ ਕੀ ਹੈ ਸਾਡੇ ਤੱਕ ਕੁੱਲ ਕਾਇਨਾਤ ਦੇ ਵਿੱਚ, ਜੀ ਅਸੀਂ ਇਹ ਦੱਸ ਨਾ ਸਕੀਏ। ਔਰ ਇਹ ਸਿਰਫ ਮੈਂ ਸਮਝਦਾ ਹਾਂ ਸਿਰਫ ਇੱਕ ਕਿਸੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਹੀ ਨਹੀਂ ਦੱਸਿਆ ਜਾ ਸਕਦਾ। ਜੀ ਸਿੱਖ ਦੇ ਕੋਲ ਜਿਹੜੀ ਵੀ ਸਟੇਜ ਹੈ, ਉਹ ਅਗਰ ਸਿੱਖ ਟੀਚਰ ਹੈ ਤੇ ਉਹਦੇ ਕੋਲ ਉਹਦੀ ਜਿਹੜੀ ਸਟੇਜ ਹੈ ਉਹ ਇੱਕ ਪ੍ਰਚਾਰ ਦੀ ਸਟੇਜ ਹੈ। ਜੀ ਬਿਲਕੁਲ। ਅਗਰ ਉਹ ਵਕੀਲ ਹੈ, ਅਗਰ ਉਹ ਬਿਜ਼ਨਸਮੈਨ ਹੈ, ਅਗਰ ਉਹ ਡਾਕਟਰ ਹੈ, ਤੇ ਹਰ ਸਟੇਜ ਤੋਂ ਇਹ ਪ੍ਰਚਾਰ ਕੀਤਾ ਜਾ ਸਕਦਾ ਹੈ, ਨਾ ਕਿ ਇਹ ਕਨਫਾਈਨਡ ਰਵੇ ਕਿਸੇ ਇੱਕ ਸਟੇਜ ਤੱਕ। ਜਿਵੇਂ ਕਿ ਇੱਕ ਮੂਵੀ ਦੀ, ਅਸੀਂ ਅੱਜ ਮੂਵੀ ਦੀ ਗੱਲ ਕਰ ਰਹੇ ਹਾਂ, ਜਿਵੇਂ ਅੱਜ ਵੇਖਦੇ ਹਾਂ ਕਿ ਸਾਡਾ ਜਿਹੜਾ ਨਾ ਸਾਡਾ ਇੱਕ ਰੁਝਾਵ ਜਿਹੜਾ ਹੈ ਪੜ੍ਹਨ ਦੇ ਪਾਸੋਂ ਹਟ ਗਿਆ। ਜੀ ਪਹਿਲਾਂ ਅਸੀਂ ਅਗਰ ਆਪਣੇ ਬਜ਼ੁਰਗਾਂ ਤੋਂ ਵੇਖੀਏ ਤੇ ਉਹਨਾਂ ਦਾ ਐਂਟਰਟੇਨਮੈਂਟ ਸੋਰਸ ਵੀ ਪੜ੍ਹਾਈ ਹੀ ਹੁੰਦੀ ਸੀਗੀ, ਉਹਨਾਂ ਨੇ ਕਿਤਾਬਾਂ ਹੀ ਪੜ੍ਹ ਕੇ ਐਂਟਰਟੇਨਮੈਂਟ ਜਿਹੜੀ ਹੈ ਉਹ ਹਾਸਲ ਕਰਨੀ। ਲੇਕਿਨ ਅੱਜ ਸਾਡਾ ਜਿਹੜਾ ਹੈ ਉਹ ਬੁੱਕਸ ਤੋਂ ਕਿਤੇ ਪ੍ਰਿੰਟ ਮੀਡੀਆ ਤੋਂ ਹਟ ਕਰਕੇ ਅਸੀਂ ਇਲੈਕਟ੍ਰੋਨਿਕ ਮੀਡੀਆ ਵੱਲ ਸ਼ਿਫਟ ਹੋ ਗਏ। ਜੀ ਜੀ ਤੇ ਉਸ ਦੇ ਵਿੱਚ ਜਿਹੜਾ ਹੈ ਉਹ ਇਹੋ ਜਿਹੀਆਂ ਮੂਵੀਆਂ ਜਿਹੜੀਆਂ ਨੇ ਉਹ ਬੜਾ ਹੀ ਅਹਿਮ ਕਿਰਦਾਰ ਨਿਭਾਉਂਦੀਆਂ ਨੇ, ਜਦੋਂ ਇੱਕ ਇਲੈਕਟ੍ਰੋਨਿਕ ਮੀਡੀਆ ਦੇ ਥਰੂ ਸੱਚ ਦੱਸਿਆ ਜਾ ਰਿਹਾ ਹੈ, ਇਤਿਹਾਸ ਦੱਸਿਆ ਜਾ ਰਿਹਾ ਹੈ, ਔਰ ਤਵਾਰੀਖ ਦੇ ਪੰਨੇ ਜਿਹੜੇ ਨੇ ਉਹ ਯੂਥ ਦੇ ਸਾਹਮਣੇ ਖੋਲ ਕੇ ਰੱਖੇ ਜਾ ਰਹੇ ਨੇ। ਆਉਣੀ ਜਨਰੇਸ਼ਨ, ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਦੇ ਸਾਹਮਣੇ ਰੱਖੇ ਜਾ ਰਹੇ ਨੇ, ਔਰ ਸਾਨੂੰ ਪਤਾ ਚਲੇ ਕਿ ਸਾਡਾ ਇਤਿਹਾਸ ਵਿਲੱਖਣਤਾ ਹੈ ਸਾਡੇ ਇਤਿਹਾਸ ਦੇ ਵਿੱਚ। ਜਦੋਂ ਇਹ ਚੀਜ਼ ਜਿਹੜਾ ਹੈ ਹਰ ਸਟੇਜ ਤੋਂ ਪਤਾ ਚੱਲੇਗੀ, ਸਿਰਫ ਮੈਂ ਇਸ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੱਕ ਕਨਫਾਈਨਡ ਨਹੀਂ ਕਰਾਂਗਾ, ਔਰ ਕੋਈ ਕ੍ਰਿਟਿਸਿਜ਼ਮ ਇੱਥੇ ਨਹੀਂ ਕਿ ਉੱਥੇ ਪ੍ਰਚਾਰ ਨਹੀਂ ਹੋ ਰਿਹਾ, ਗਲਤੀ ਯੂਥ ਦੀ ਹੈ ਜਿਹੜਾ ਉੱਥੇ ਪ੍ਰੈਜ਼ੈਂਟ ਨਹੀਂ, ਉੱਥੇ ਪ੍ਰਚਾਰ ਹੋ ਰਿਹਾ ਹੈ ਲੇਕਿਨ ਗਲਤੀ ਯੂਥ ਦੀ ਹੈ ਜੋ ਉੱਥੇ ਪ੍ਰੈਜ਼ੈਂਟ ਨਹੀਂ ਹੈ। ਹੁਣ ਕੋਸ਼ਿਸ਼ ਕੀਤੀ ਜਾਵੇ ਕਿ ਹਰ ਸਟੇਜ ਤੋਂ ਯੂਥ ਨੂੰ ਅਵੇਅਰ ਕੀਤਾ ਜਾਵੇ। ਔਰ ਮੈਂ ਇੱਕ ਲਾਸਟ ਰਿਕੁਐਸਟ ਕਰਕੇ ਖਿਮਾ ਦਾ ਜਾਚਕ ਹੋਵਾਂ ਕਿ ਜਿਵੇਂ ਅਸੀਂ ਅੱਜ 4-6 ਜਣੇ ਜੋ ਅਸੀਂ ਜੁੜੇ ਹਾਂ, ਮੈਂ ਸਮਝਦਾ ਹਾਂ ਕਿ ਇਹ ਵੀ ਬਹੁਤ ਵੱਡਾ ਉਪਰਾਲਾ ਹੈ। ਜੀ ਜੀ ਕਿਉਂਕਿ ਅਸੀਂ ਅਗਰ ਇੱਕ ਜੰਮੂ ਕਸ਼ਮੀਰ ਦੇ ਅਲੱਗ-ਅਲੱਗ ਕੋਨਿਆਂ ਤੋਂ ਜੁੜ ਸਕਦੇ ਹਾਂ ਤੇ ਯਕੀਨਨ ਅਸੀਂ ਫਿਰ ਜਿਹੜਾ ਹੈ ਉਹ ਇੰਡੀਆ ਦੇ ਔਰ ਵਰਲਡ ਦੇ ਵੀ ਡਿਫਰੈਂਟ ਕੋਨਿਆਂ ਤੋਂ ਗੁਰੂ ਨਾਨਕ ਨਾਮ ਲੈਵਾ ਸਿੱਖ ਜਿਹੜਾ ਹੈ ਉਹ ਜੁੜ ਸਕਦਾ। ਜੀ ਇੱਕ ਜਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵੀਆਂ ਇਤਿਹਾਸ ਦੇ ਨਾਲ ਸਾਨੂੰ ਜੋੜਦੀਆਂ ਹਨ, ਉਹਨਾਂ ਨੂੰ ਪ੍ਰਮੋਟ ਕਰੋ ਤਾਂ ਕਿ ਅੱਗੇ ਆਉਣ ਵਾਲੇ ਸਾਡੀ ਜਿਹੜੀ ਜਨਰੇਸ਼ਨ ਹੈ, ਸਾਡੇ ਬੱਚੇ ਹਨ, ਉਹਨਾਂ ਨੂੰ ਸੇਧ ਮਿਲ ਸਕੇ। ਕਿਉਂਕਿ ਅੱਜ ਅਕਸਰ ਵੇਖਿਆ ਜਾਂਦਾ ਹੈ, ਪਿੱਛੇ ਅਸੀਂ ਦੱਸ ਕੇ ਹਟੇ ਹਾਂ ਕਿ ਅੱਜ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਗੁਲਤਾਨ ਹਨ, ਵੱਡੀ ਸਮੱਸਿਆ ਦੇ ਨਾਲ ਜੂਝ ਰਹੇ ਹਨ। ਉਹ ਨਸ਼ਿਆਂ ਦੇ ਵਿੱਚੋਂ ਥੋੜਾ ਅਸੀਂ ਟੌਪਿਕ ਇਸ ਨੂੰ ਚੇਂਜ ਕਰਾਂਗੇ, ਅਗਲਾ ਅਸੀਂ ਜਿਹੜੀ ਵੀਡੀਓ ਹੈ ਨਸ਼ਿਆਂ ਦੇ ਉੱਤੇ ਬਣਾਵਾਂਗੇ। ਮੈਨੂੰ ਉਮੀਦ ਹੈ ਕਿ ਅਗਲੀ ਵੀਡੀਓ ਤੁਸੀਂ ਇੰਤਜ਼ਾਰ ਕਰੋਗੇ। ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅੰਮ੍ਰਿਤਪਾਲ ਜੀ, ਵੀਰ ਤਜਿੰਦਰਪਾਲ ਜੀ, ਭੈਣ ਜੀ ਰਵਿੰਦਰ ਕੌਰ ਰੋਮੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਕਾਲ ਟੀਵੀ ਦੇ ਨਾਲ ਜੁੜਨ ਦੇ ਲਈ। ਮੈਨੂੰ ਉਮੀਦ ਹੈ ਕਿ ਫਿਰ ਤੁਸੀਂ ਅਕਾਲ ਟੀਵੀ ਦੇ ਨਾਲ ਜੁੜੋਗੇ ਔਰ ਆਉਣ ਵਾਲੇ ਸਾਡੇ ਜਿਹੜਾ ਯੂਥ ਹੈ, ਸਾਡੇ ਬੱਚੇ ਨੂੰ, ਉਹਨਾਂ ਨੂੰ ਜ਼ਰੂਰ ਸੇਧ ਦੇਵੋਗੇ। ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।